ਸ਼ਾਕਿਆ ਧੰਨਵਾਦ ਹੈ ਗੁਰੂ ਸਾਹਿਬ ਜੀਓ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। नीको ठाकुर देसा, दंडोत बंदन अनिक बार। सर्व कला समरथ, डोलन ते राखो प्रभु। नानक दे कर हथ, डोलन ते राखो प्रभु। राखो प्रभु डोलन ते, डोलन ते राखो प्रभु। नानक दे कर हथ, परम सम्मान योग चबर शतर तख्त दे मालिक, जुगो जुग अटल। साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर सन्मान योग जथेदार हनुमान सिंह जी उन्हां दे जन्म दिवस नूं समर्पित इस विशेष गुरमत दीवान दी आप जी हाजरी भर रहे। जितना को इतिहास सिंह साहब बाबा हनुमान सिंह जी का मिलता है, उस संबंधी उन्हां दी खालसा पंथ नूं समर्पितता, खालसा राज की उन्नति तरक्की लई और सच धर्म की खातर शहादत का जाम पीना। इस संखेप जे शब्दों विच ही बहुत कुछ भरिया होया है। आओ मैं आप जी नाल श्री गुरु ग्रंथ साहिब की बाणी विचों
ਕੁਝ ਵਿਚਾਰ ਸਾਂਝੇ ਕਰ ਸਕਾਂ। ਆਪ ਜਿਤਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਉਪਸਥਿਤ ਹੋ, ਹਾਜ਼ਰ ਹੋ, ਅਸੀਸ ਬਖਸ਼ੋ। ਮੈਂ ਪਹਿਲੀ ਵਾਰ ਆਪ ਜੀ ਦੇ ਇਸ ਅਸਥਾਨ ਤੇ ਦਰਸ਼ਨ ਦੀਦਾਰ ਕਰਨ ਆਇਆ ਹਾਂ। ਜਿਵੇਂ ਸਨਮਾਨਯੋਗ ਗੁਰੂ ਸਵਾਰੇ ਸਟੇਜ ਤੋਂ ਕਹਿ ਵੀ ਰਹੇ ਸਨ, ਵਾਕਈ ਪ੍ਰੋਗਰਾਮ ਬਹੁਤ ਵਾਰੀ ਬਣਾਉਣ ਦਾ ਯਤਨ ਕੀਤਾ, ਪਰ ਮਾਲਕ ਨੂੰ ਅੱਜ ਦਾ ਦਿਨ ਭਾਉਂਦਾ ਸੀ, ਮਨਜ਼ੂਰ ਸੀ। ਜਿਵੇਂ ਗੁਰਮੁਖਾਂ ਕਿਹਾ, ਹਰ ਸਾਲ ਤੁਹਾਡੇ ਚਰਨਾਂ 'ਚ ਬੇਨਤੀ ਹੈ, ਮੈਂ ਸੰਗਤ ਦਾ ਹੀ ਸੇਵਾਦਾਰ ਹਾਂ। ਕਈ ਵਾਰੀ ਮੈਨੂੰ ਬਾਹਰ ਅੰਦਰ ਦੇਸ਼ ਪ੍ਰਦੇਸ਼ ਵਿੱਚ ਵਿਚਰਨਾ ਪੈਂਦਾ। ਜਦੋਂ ਦੇਸ਼ 'ਚ ਹੋਵਾਂ ਕਰਾਂਗੇ ਜਾਂ ਤੁਸੀਂ ਜੋ ਅੱਗੇ ਪਿੱਛੇ ਜੇ ਪ੍ਰੋਗਰਾਮ ਬਣਾਓਗੇ, ਮੈਂ ਤੁਹਾਡੀ ਚਰਨ ਪਰਸਾਂ ਦਾ ਸਾਧ ਸੰਗਤ ਦੀ। ਆਓ ਸਾਧ ਸੰਗਤ ਜੀ, ਇੱਕ ਤਾਂ ਪਹਿਲਾਂ ਮੈਂ ਦੇਰੀ ਦੀ ਖਿਮਾ ਜ਼ਰੂਰ ਮੰਗਦਾ। ਸਰਦਾਰ ਅਜਮੇਰ ਸਿੰਘ ਜੀ ਖੇੜਾ ਬਹੁਤ ਪਿਆਰ ਕਰਦੇ ਆ। ਮੈਂ ਕਦੀ ਕਿਸੇ ਸਿਆਸੀ ਬੰਦੇ ਦਾ ਜ਼ਿਕਰ ਨਹੀਂ ਕੀਤਾ ਸਟੇਜ ਤੇ, ਪਰ ਪਿਛਲੇ ਕਈ ਸਾਲਾਂ ਤੋਂ ਮੈਨੂੰ ਇਹਨਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਸ਼ਹੀਦੀ ਦਿਹਾੜਿਆਂ ਤੇ ਇਹਨਾਂ ਨੂੰ ਪਤਾ ਮੈਂ ਕਦੀ ਸੰਗਤ ਨੂੰ ਇੰਤਜ਼ਾਰ ਨਹੀਂ ਕਰਾਂਗਾ। ਪਰ ਅੱਜ ਰਸਤੇ ਵਿੱਚ ਪਹਿਲਾਂ ਮੈਂ ਸਵੇਰੇ ਭੇਵੇ ਸਾਹਿਬ, ਭੇਵੇ ਤੋਂ ਬਾਅਦ ਫਿਰ ਲੁਧਿਆਣੇ ਆਇਆ ਤੇ ਟ੍ਰੈਫਿਕ ਕਰਕੇ, ਜਾਮ ਕਰਕੇ ਮੈਂ ਲੇਟ ਹੋ ਗਿਆ। ਜਿਹੜੀ ਤੁਹਾਨੂੰ ਇੰਤਜ਼ਾਰ ਕਰਨੀ ਪਈ, ਮੈਂ ਉਹਦੀ ਖਿਮਾ ਮੰਗਦਾ। ਆਓ ਆਪਾਂ ਸਤਿਗੁਰੂ ਦੀ ਅੰਮ੍ਰਿਤ ਬਾਣੀ, ਉਸ ਸੰਬੰਧੀ ਹਜ਼ੂਰ ਦੀ ਬਖਸ਼ਿਸ਼ ਨਾਲ ਵਿਚਾਰ ਕਰ ਸਕੀਏ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਅੰਦਰ ਸਤਿਗੁਰਾਂ ਨੇ ਅਨੇਕਾਂ ਬਚਨ ਉਚਾਰਨ ਕੀਤੇ। ਇਸ ਨੂੰ ਆਪ ਜੀ ਉਸਤਤ ਸ਼ਬਦ ਵੀ ਕਹਿ ਲਓ। ਉਸਤਤ ਸ਼ਬਦ ਦੀ ਨਖੇਦੀ ਵੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਸਤਤ ਸ਼ਬਦ ਨੂੰ ਸਤਿਗੁਰਾਂ ਨੇ ਬਹੁਤ ਵੱਡੀ ਮਹਾਨਤਾ ਵੀ ਦਿੱਤੀ। ਮੈਂ ਲਫ਼ਜ਼ ਸਿਫਤ ਵੀ ਵਰਤਿਆ। ਜਦੋਂ ਅਸੀਂ ਆਪਣੇ ਅੰਦਰ ਸਵਾਰਥ ਨੂੰ ਮੁੱਖ ਰੱਖ ਕੇ ਲਾਲਚ ਤਮੇ ਅਧੀਨ ਕਿਸੇ ਇਨਸਾਨ ਦੇ ਵਿੱਚ ਉਹ ਗੁਣ ਨਹੀਂ ਤੇ ਉਹਦੇ ਪਦਵੀ ਨੂੰ, ਉਹਦੀ ਦੌਲਤ ਨੂੰ ਪ੍ਰਭਾਵ ਕਬੂਲ ਕੇ ਅਸੀਂ ਉਹਦੀਆਂ ਝੂਠੀਆਂ ਤਾਰੀਫਾਂ ਕਰਾਂਗੇ ਤੇ ਗੁਰੂ ਕਹਿੰਦਾ ਨਿੰਦਿਆ ਤੇ ਇਹੋ ਜਿਹੀ ਉਸਤਤ ਦਾ ਪਾਪ ਇੱਕੋ ਬਰਾਬਰ ਹੈ। ਬੰਦੇ 'ਚ ਉਹ ਗੁਣ ਹੈ ਨਹੀਂ, ਪਰ ਆਪਾਂ ਉਹਨੂੰ ਕਹਿ ਰਹੇ ਹਾਂ। ਇਹੋ ਜਿਹੀ ਉਸਤਤ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਨਹੀਂ ਕੀਤਾ। ਔਰ ਦਾਤਾ ਜੀ ਨੇ ਬਾਣੀ ਵਿੱਚ ਇਸ ਸੰਬੰਧੀ ਕਿਹਾ ਕਿ ਉਸਤਤ ਨਿੰਦਾ ਦੋ ਵਿਵਰਜਤ, ਕੋਚੇ ਪਦ ਨਿਰਵਾਣਾ ਜਾਂ ਉਸਤਤ ਨਿੰਦਾ ਦੋ ਤਿਆਗਾ ਸ਼ਬਦ ਕਿਹਾ। ਝੂਠੀ ਖੁਸ਼ਾਮਦ, ਝੂਠੀ ਤਾਰੀਫ, ਝੂਠੀ ਉਸਤਤ ਨੂੰ ਸਵੀਕਾਰ ਨਹੀਂ ਕੀਤਾ। ਪਰ ਜੋ ਇੱਥੇ ਸੱਚ ਦੀ ਸਿਫਤ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵੀਕਾਰ ਕੀਤਾ। ਥੋੜਾ ਜਿਹਾ ਮੈਂ ਇਸ ਸੰਬੰਧੀ ਵੈਸੇ ਪਹਿਲਾਂ ਵੀ ਇੱਕ ਵਾਰ ਮੇਰਾ ਖਿਆਲ ਇਹ ਵਿਚਾਰ ਮੈਂ ਲਾਈਵ ਕੀਤੀ ਸੀ, ਸਿਰਫ ਕਿਉਂਕਿ ਅੱਜ ਅਸੀਂ ਇੱਕ ਗੁਰਸਿੱਖ ਨੂੰ ਚੇਤੇ ਬੈਠਾ। ਮੈਂ ਇਸ ਗੱਲ ਤੇ ਆਉਣਾ ਚਾਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਦੋਂ ਅਸੀਂ ਕੀਰਤਨ ਕਰਨੇ ਆ ਕਿ ਕੀਰਤਨ ਸ਼ਬਦ ਵੀ ਪਰਮਾਤਮਾ ਦੀ ਸਿਫਤ ਹੈ। ਜਦੋਂ ਆਪ ਜੀ ਪਾਠ ਕਰਦੇ ਹੋ ਬਾਣੀ ਦਾ, ਇਹ ਵੀ ਸਿਫਤ ਹੈ।
ਜਦੋਂ ਆਪ ਜੀ ਇਕਾਂਤ ਵਿੱਚ ਵਾਹਿਗੁਰੂ ਗੁਰ ਸ਼ਬਦ ਦਾ ਮੂਲ ਮੰਤਰ ਦਾ ਅਭਿਆਸ ਕਰਦੇ ਹੋ, ਇਹ ਵੀ ਸਿਫਤ ਗਏ। ਸੱਚ ਇਹ ਹੈ ਕਿ ਦੁਨੀਆ ਦੀਆਂ ਫੋਕੀਆਂ ਗੱਲਾਂ ਕਰਨ ਦੀ ਥਾਂ ਜਦੋਂ ਅਸੀਂ ਗੁਰੂ ਦੀਆਂ ਗੱਲਾਂ ਕਰਨੇ ਆ, ਇਹ ਗੱਲਾਂ ਵੀ ਸਿਫਤ ਬਣ ਜਾਂਦੀਆਂ। ਇੱਕ ਪੁਰਾਤਨ ਸਰੂਪ ਦੇ ਵਿੱਚ ਉਹਦਾ ਹਵਾਲਾ ਦਿੱਤਾ ਹੈ ਪ੍ਰੋਫੈਸਰ ਪਿਆਰਾ ਸਿੰਘ ਪਦਮੂ ਨੇ। ਹੈ ਉਹ ਵਾਰਤਕ ਸ਼ਬਦ ਨਹੀਂ ਹੈਗਾ, ਕਿਉਂਕਿ ਜਿਹੜੀਆਂ ਹੱਥ ਲਿਖਤ ਬੀੜਾਂ ਨੇ ਉਹਨਾਂ ਦੇ ਦਰਸ਼ਨ ਕਰੋ। ਬਾਣੀ ਤੋਂ ਬਾਅਦ ਕੁਝ ਗੱਲਾਂ ਵਾਰਤਕ ਵੀ ਲਿਖੀਆਂ, ਜਿਵੇਂ ਜੋਤੀ ਜੋਤ ਸਮਾਵਣੇ ਕੇ ਪ੍ਰਸੰਗ, ਉਸ ਵਿੱਚ 10 ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਦੀਆਂ ਤਰੀਕਾਂ ਵੀ ਲਿਖੀਆਂ। ਇੱਕ ਬੀੜ ਦੇ ਵਿੱਚ ਗੁਰੂ ਅਮਰਦਾਸ ਦੇ ਵਾਰਤਕ ਸ਼ਬਦ ਲਿਖੇ, ਬਸ ਕੀਤੀ ਬਾਣੀ ਨਹੀਂ, ਪਰ ਜੋ ਵਾਰਤਕ ਸ਼ਬਦ ਨੇ, ਬਾਣੀ ਤੋਂ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਚ ਨੇ। ਉਹਦੇ ਚ ਲਿਖਿਆ ਗੁਰੂ ਕਾ ਆਖਣਾ ਹੈ, ਵੀ ਗੁਰੂ ਅਮਰਦਾਸ ਦਾ ਆਖਣਾ ਹੈ, ਗੁਰੂ ਕਾ ਆਖਣਾ ਹੈ ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਜੀਵਣਾ ਦਾ ਅਰਥ ਹੁੰਦਾ ਹੈ ਖਾਣਾ। ਕਿ ਗੁਰੂ ਅਮਰਦਾਸ ਦਾ ਆਖਣਾ ਹੈ, ਇਹਨਾਂ ਦਾ ਬਚਨ ਹੈ ਕਿ ਸਿੱਖ ਪ੍ਰਸ਼ਾਦਾ ਅੰਨ ਉਦੋਂ ਛਕਣਾ ਜਦੋਂ ਭੁੱਖ ਲੱਗੇ, ਤੇ ਭਰੇ ਤੇ ਭਰਨਾ ਨਹੀਂ, ਜਦੋਂ ਪ੍ਰਸ਼ਾਦਾ ਛਕ ਲਿਆ ਤੇ ਜੀਵ ਦੇ ਚਸਕੇ ਦੀ ਖਾਤਰ ਹੋਰ ਪੇਟ ਨੂੰ ਨਹੀਂ ਭਰਨਾ, ਜਿਹਨੂੰ ਅੱਜ ਕੱਲ ਸਾਰੇ ਕਹਿ ਰਹੇ ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਅੱਗੇ ਸੌਣਾ ਤਾਂ ਜੇ ਬਹੁਤ ਨੀਂਦ ਆਵੇ, ਬਹੁਤਾ ਸੌਣਾ ਗਾਫਲਤਾਈ ਹੈ। ਉੱਥੇ ਸ਼ਬਦ ਲਿਖੇ ਸੌਣਾ ਤਾਂ ਜਾਂ ਨੀਂਦ ਆਵੇ, ਬਹੁਤਾ ਸੌਣਾ ਗਾਫਲਤਾਈ ਹੈ। ਅੱਗੇ ਲੱਗੀ ਲਿਖਿਆ, ਕਹਿਣ ਲੱਗੇ ਅੱਗੇ ਸ਼ਬਦ ਗਾਵਣਾ, ਅੱਗੇ ਗੁਰਬਾਣੀ ਪੜ੍ਹਨੀ, ਅੱਗੇ ਗੁਰੂ ਦੀਆਂ ਗੱਲਾਂ ਕਰਨੀ। ਇਹ ਸ਼ਬਦ ਸਾਰੇ ਜਿਹੜੇ ਨੇ ਸਿਫਤ ਵਿੱਚ ਆ ਜਾਂਦੇ, ਕਿਉਂਕਿ ਆਪਾਂ ਕਿਸੇ ਨੂੰ ਉੱਤਰ ਦੇਣ ਦੀ ਥਾਂ ਵੀ ਕੀਰਤਨ ਕਥਾ ਬਾਣੀ ਪਿਆਰੋ ਇਹਨੂੰ ਰੂਹਾਨੀ ਤੌਰ ਤੇ ਅਰਥ ਕਰਾਂਗੇ ਤੇ ਇਹ ਸਿਫਤ ਬਣੇਗੀ। ਜੇ ਬੋਧਿਕ ਤੌਰ ਤੇ ਆਪਾਂ ਇਹਨੂੰ ਸੁਰ ਦੇ ਗਿਆਨ ਤੱਕ ਰੱਖਾਂਗੇ ਤੇ ਸਿਰਫ ਅੰਦਰ ਖੁਸ਼ਕੀ ਹੀ ਪੈਦਾ ਕਰਦਾ ਹੈ। ਸੁਣਿਓ ਥੋੜੀ ਜਿਹੀ ਬੇਨਤੀ, ਵੀ ਜੋ ਅਸੀਂ ਸਿਫਤ ਕਰਦੇ ਹਾਂ, ਜੋ ਅਸੀਂ ਸੁਣਨੇ ਆ, ਇਸਦਾ ਫਾਇਦਾ ਕੀ ਹੋਵੇਗਾ? ਕਿਉਂਕਿ ਆਪਾਂ ਵਾਹਿਗੁਰੂ ਸ਼ਬਦ ਕਹਿ ਰਹੇ ਹਾਂ, ਕੋਈ ਗੁਰਮੁਖ ਬਾਣੀ ਪੜ੍ਹੀ ਜਾ ਰਿਹਾ ਹੈ, ਇਹ ਜੋ ਅਸੀਂ ਕਰ ਰਹੇ ਹਾਂ ਇਸ ਦਾ ਲਾਭ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਾਤਾ ਜੀ ਦੇ ਕੁਝ ਬਚਨ ਨੇ। ਇੱਕ ਤਾਂ ਜਪਜੀ ਸਾਹਿਬ ਦੀ ਪੌੜੀ, ਉਹ ਆਪ ਸਭ ਨੂੰ ਪੌੜੀ ਚੇਤੇ ਜਿਹੜੇ ਪਾਠ ਕਰਦੇ ਹੋ, ਸਾ ਲਾਹੀ ਸਾ ਲਾਹੇ, ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹਕਾਰ, ਉਹਨੂੰ ਸਲਾਉਣਾ ਚਾਹੀਦਾ ਹੈ। ਕਿਉਂ ਸਲਾਉਣਾ ਚਾਹੀਦਾ ਹੈ? ਅੱਗੇ ਕੋਈ ਸਤਿਗੁਰੂ ਉਦਾਹਰਨ ਦਿੰਦੇ ਆ ਕਿ ਜਿਵੇਂ ਬਾਰਿਸ਼ ਪੈਂਦੀ ਹੈ ਤੇ ਵਰਖਾ ਜਦੋਂ ਪਹਾੜਾਂ ਤੇ ਪੈਂਦੀ ਹੈ ਤੇ ਨਦੀਆਂ ਤੇ ਨਾਲਿਆਂ ਦਾ ਪਾਣੀ ਪਹਾੜਾਂ ਤੋਂ ਤੇਜ਼ੀ ਨਾਲ ਚੱਲਦਾ ਹੈ, ਤੇ ਉਹਨੇ ਹਾਲਾਂਕਿ ਸਮੁੰਦਰ ਉਹਨਾਂ ਤੋਂ ਕਿਤਨੀ ਦੂਰ ਹੈ, ਉਹ ਤੇਜ਼ੀ ਨਾਲ ਪਾਣੀ ਜਿਹੜਾ ਦਰਿਆਵਾਂ ਵਿੱਚ, ਨਾਲਿਆਂ ਵਿੱਚ, ਨਦੀਆਂ ਵਿੱਚ ਰੁੜਿਆ ਜਾਂਦਾ ਹੈ ਤੇਜ਼ ਰਫ਼ਤਾਰ ਨਾਲ, ਤੇ ਉਹ ਸਮੁੰਦਰ ਵੀ ਜਾ ਸਮਾਉਂਦਾ ਹੈ। ਮਹਾਰਾਜ ਕਹਿੰਦੇ ਆ ਕਿ ਜਿਵੇਂ ਵਰਖਾ ਦਾ ਪਾਣੀ ਤੇਜ਼ੀ ਨਾਲ ਪ੍ਰਵਾਹਿਤ ਹੋ ਕੇ ਸਮੁੰਦਰ ਵੀ ਜਾਂਦਾ ਹੈ, ਜਦੋਂ ਤੂੰ ਰੱਬ ਦੀ ਸਿਫਤ ਕਰੇਗਾ ਤੇਰੀ ਸੁਰਤ ਦੀ ਨਦੀ ਬਣ ਜਾਏਗੀ। ਚੇਤੇ ਰੱਖੀ, ਇਹਨੇ ਤੇਰੇ ਅੰਦਰ ਨੂੰ ਰੱਬ ਸਮੁੰਦਰ ਤੱਕ ਲੈ ਜਾਣਾ। ਇਸ ਨੂੰ ਫਿਰ ਸੁਣਿਓ, ਸਾਹ ਲਾਹੀ ਸਾਹ ਲਾਹੇ ਏਤੀ ਸੁਰਤ ਨਾ ਪਾਈਆ। ਏਤੀ ਦਾ ਅਰਥ ਏਨੀ, ਸੁਰਤ ਦਾ ਅਰਥ ਸੋਝੀ। ਇੱਥੇ ਉਹ ਨਹੀਂ ਹੈਗਾ ਸ਼ਬਦ ਗੁਰੂ ਸੁਰਤਨ ਝੋਲਾ। ਏਤੀ ਸੁਰਤ ਨਾ ਪਾਈਆ, ਏਨੀ ਸਮਝਣੀ ਪੈਣੀ। ਨਦੀਆਂ ਅਤੇ ਵਾਹ, ਇੱਥੇ ਹਾ ਮੁਕਤਾ ਹੈ, ਵਾਹ ਨਹੀਂ। ਨਦੀਆਂ ਅਤੇ ਵਾਹ, ਇੱਕ ਤਾਂ ਪੜ੍ਹਨੇ ਵਾਹੋ ਵਾਹੋ ਬਾਣੀ, ਉੱਥੇ ਵਾਹ ਦਾ ਅਰਥ ਸ਼ਾਬਾਸ਼, ਇੱਥੇ ਵਾਹ ਦਾ ਅਰਥ ਵਾਹੜਾ ਨਾਲਾ, ਜਿਹਨੂੰ ਬਰਸਾਤੀ ਨਾਲਾ ਕਹਿੰਦੇ। ਇੱਥੇ ਵਾਹ ਦਾ ਅਰਥ ਸ਼ਾਬਾਸ਼ ਨਹੀਂ। ਸਾਹ ਲਾਗੀ ਸਾਹ ਲਾਗੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਇੰਨੀ ਸਮਝ ਨਹੀਂ ਪਏਗੀ ਜਿਵੇਂ ਨਦੀਆਂ ਅਤੇ ਨਾਲੇ। ਪਵੇਂ ਸਮੁੰਦ ਨਾ ਜਾਣੀਏ, ਫਿਰ ਬੇਨਤੀ, ਪਵੇਂ ਸਮੁੰਦ ਨਾ ਜਾਣੀਏ। ਜਿਹੜੇ ਨਦੀਆਂ ਅਤੇ ਨਾਲੇ ਕਿੰਨੀ ਦੂਰੀ ਤੋਂ ਸਫ਼ਰ ਕਰਦੇ ਆ ਰਹੇ ਨੇ,
ਉਹ ਪ੍ਰਵਾਹਿਤ ਹੋ ਕੇ ਆ ਰਹੇ ਨੇ। ਜਦੋਂ ਸਮੁੰਦਰ ਵਿੱਚ ਉਹ ਮਿਲ ਜਾਂਦੇ ਨੇ, ਨਾ ਕਦੀ ਕਿਸੇ ਨੇ ਸਤਲੁਜ ਦਾ ਸਮੁੰਦਰ ਵਿੱਚ ਪਾਣੀ ਪਹਿਚਾਣਿਆ ਤੇ ਨਾ ਕਿਸੇ ਨੇ ਦਜਲੇ ਦਰਿਆ ਦਾ ਪਹਿਚਾਣਿਆ, ਤੇ ਚੇਤੇ ਰੱਖਿਓ ਨਾ ਕਿਸੇ ਨੂੰ ਬ੍ਰਹਮਪੁੱਤਰ ਦੇ ਪਾਣੀ ਦੀ ਪਹਿਚਾਣ। ਜਿੰਨੀ ਦੇਰ ਤੱਕ ਸਮੁੰਦਰ ਤੱਕ ਪਹੁੰਚੇ ਨਹੀਂ, ਪਹਿਚਾਣ ਵੀ ਗਏ ਇਲਾਕਿਆਂ ਦੇ ਹਿਸਾਬ ਨਾਲ ਨਾਮ ਵੀ ਨੇ। ਤੇ ਜਿਸ ਜ਼ਮੀਨ ਤੇ ਅਸੀਂ ਬੈਠੇ ਹਾਂ, ਇਹਦਾ ਨਾਮ ਹੀ ਪਾਣੀਆਂ ਦੇ ਨਾਂ ਤੇ ਰੱਖਿਆ ਗਿਆ, ਜਿਹਨੂੰ ਆਪਾਂ ਪੰਜਾਬ ਕਹਿੰਦੇ। ਹਾਲਾਂਕਿ ਪੰਜਾਬੀ ਸ਼ਬਦ ਕਹਿੰਦੇ ਆ, ਮੈਂ ਕਿਹਾ ਗਿਆ ਉਹਨੂੰ ਨਾ ਪੰਜਾਬ ਲਫ਼ਜ਼ ਵੀ ਪੰਜਾਬੀ ਦਾ ਨਹੀਂ, ਇਹ ਵੀ ਫਾਰਸੀ ਦਾ ਹੈ। ਪੰਜ ਆ ਪਹਿਲਾਂ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਪੰਜ ਨਦ, ਪੰਜ ਨਦੀਆਂ, ਅਸੀਂ ਕਹਿੰਦੇ ਆ ਪੰਜਾਬ। ਗੁਰੂ ਸਾਹਿਬ ਜੀ ਨੇ ਤੇ ਸ਼ਬਦ ਵਰਤਿਆ, ਕਹਿੰਦੇ ਨਦੀਆਂ ਅਤੇ ਵਾਹ ਪਵੇਂ ਸਮੁੰਦਰ ਨਾ ਜਾਣੀਏ। ਜਿਹੜੇ ਨਦੀਆਂ ਨਾਲੇ ਸਮੁੰਦਰ ਵਿੱਚ ਪੈ ਗਏ ਉਹ ਪਹਿਚਾਨੇ ਨਹੀਂ ਜਾ ਸਕਦੇ, ਉਹ ਅਭੇਦ ਹੋ ਗਏ। ਇੱਥੇ ਉਦਾਹਰਨ ਦਿੱਤੀ ਭਾਈ ਸਿੱਖਾਂ, ਜਿਵੇਂ ਨਦੀਆਂ ਅਤੇ ਨਾਲਿਆਂ ਦਾ ਪਾਣੀ ਪ੍ਰਵਾਹਿਤ ਹੋ ਕੇ ਸਮੁੰਦਰ ਵਿੱਚ ਇੱਕ ਅਭੇਦ ਹੋ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਤੂੰ ਜਦੋਂ ਰੱਬ ਦੀ ਸਿਫਤ ਕਰੇਗਾ, ਇੱਕ ਦਿਨ ਸੱਚੀ ਮੁੱਚੀ ਨਦੀ ਦੀ ਤਰ੍ਹਾਂ ਤੇਰੀ ਸੁਰਤ ਪ੍ਰਵਾਹਿਤ ਕਰਦੀ ਹੋਈ ਪ੍ਰਭੂ ਵਿੱਚ ਲੀਨ ਹੋ ਜਾਏ। ਉਦਾਹਰਨ ਦਿੱਤੀ ਸਿਫਤ ਲਈ। ਦੂਸਰੀ ਬੇਨਤੀ, ਇਸ ਤੋਂ ਅੱਗੇ ਪ੍ਰਸੰਗ ਚੇਂਜ ਹੁੰਦਾ ਦਾ ਪੌੜੀ ਹੋਈ ਭਾਵੇਂ ਸਮੁੰਦਰ ਨਾ ਜਾਣੀਏ, ਅੱਗੇ ਵੇ ਸਮੁੰਦਰ ਸ਼ਾਹ ਸੁਲਤਾਨ। ਇਹਦਾ ਅਰਥ ਹੈ ਸਮੁੰਦਰਾਂ ਵਰਗਾ ਕਿਸੇ ਕੋਲ ਇੰਨਾ ਖਜ਼ਾਨਾ ਹੋਵੇ, ਗਿਰਹਾਂ ਸੇਤੀ ਮਾਲ ਧਨ, ਪਹਾੜਾਂ ਜਿੰਨੇ ਉੱਚੇ ਉੱਚੇ ਧਨ ਪਦਾਰਥਾਂ ਦੇ ਢੇਰ ਲੱਗੇ ਹੋਣ, ਕੀੜੀ ਤੁੱਲ ਨਾ ਹੋਵਨੀ। ਇਹ ਉਸ ਕੀੜੀ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ ਜਿਹੜਾ ਨਿਮਰਤਾ ਵਿੱਚ ਰਹਿੰਦਾ, ਨਾਮ ਜਪਦਾ। ਦੁਨੀਆ ਦੇ ਹੰਕਾਰੀਆਂ ਬੰਦਿਆਂ ਦੇ ਸਾਹਮਣੇ ਤਾਂ ਬੰਦਗੀ ਕਰਨ ਵਾਲਾ ਕੀੜੇ ਦੀ ਤਰ੍ਹਾਂ ਨਾ। ਉਹ ਕਹਿੰਦਾ ਇਹ ਲੋਕ ਕੀ, ਇਹ ਬੰਦੇ ਕੀ, ਪਰ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਨਾ, ਜਿੰਨੇ ਤੂੰ ਕੀੜੀ ਕਹਿ ਰਿਹਾ ਹੈ, ਤੇਰੀ ਸਾਰੀ ਦੌਲਤ, ਤੇਰਾ ਸਾਰਾ ਖਜ਼ਾਨਾ ਇੱਕ ਪਾਸੇ ਰੱਖ ਦਿਓ, ਉਸ ਇਬਾਦਤ ਕਰਨ ਵਾਲੀ ਕੀੜੀ ਦਾ ਵੀ ਮੁਕਾਬਲਾ ਤੇਰਾ ਸੋਨਾ ਚਾਂਦੀ ਨਹੀਂ ਕਰ ਸਕਦਾ। ਕੀੜੀ ਤੁੱਲ ਨਾ ਹੋਵਨੀ, ਜੇ ਤਿਸ ਮਨੁ ਨਾ ਵਿਸਰੇ। ਮੈਂ ਪਹਿਲੀ ਬੇਨਤੀ ਕੀਤੀ, ਸਿਫਤ ਸਲਾਹ ਸਾਡੇ ਅੰਦਰ ਦਾ ਪ੍ਰਵਾਹ ਹੈ, ਜਿਹੜਾ ਸ਼ਬਦ ਦੇ ਰਾਹੀਂ ਸਾਨੂੰ ਪਾਰ ਬ੍ਰਹਮ ਤੱਕ ਲੈ ਕੇ ਜਾਂਦਾ। ਦੂਸਰੀ ਇੱਕ ਮੈਂ ਬੇਨਤੀ ਹੋਰ ਕਰਨਾ ਹੁੰਦਾ, ਇਹ ਪਿਛਲੇ ਦਿਨ ਵੀ ਕੀਤੀ, ਜਦੋਂ ਸ਼ਾਮ ਦੀ ਕਥਾ ਆਪਾਂ ਕਰ ਰਹੇ ਸਾਂ ਪੀਟੀਸੀ ਸਿਮਰਨ ਤੇ ਗੁਰੂ ਨਾਨਕ ਸਾਹਿਬ ਜੀ ਦੀ, ਉੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਅਕਸਰ, ਕਿ ਜਿਹੜਾ ਬੰਦਾ ਸਿਫਤ ਕਰਨ ਲੱਗ ਪਿਆ ਨਾ ਗੁਰੂ ਦੀ, ਅੱਜ ਨਹੀਂ ਕੱਲ ਨਹੀਂ, ਸਾਡਾ ਮਨ ਨਹੀਂ ਟਿਕਦਾ, ਪਰ ਜਿਹਨੂੰ ਆਵਾਜ਼ਾਂ ਮਾਰਨੀਆਂ ਉਹ ਤਾਂ ਵੇਖਦਾ ਪਿਆ ਬੈਠਾ ਹੋਇਆ। ਇਹ ਕਦੀ ਛੱਡਣਾ ਨਹੀਂ ਚਾਹੀਦਾ ਵੀ ਮੇਰਾ ਮਨ ਨਹੀਂ ਟਿਕਦਾ, ਵੀ ਨਿਤਨੇਮ ਛੱਡ ਦਿੱਤਾ। ਜੇ ਛੱਡ ਦਿੱਤਾ ਫਿਰ ਬ੍ਰਹਮ ਗਿਆਨੀ ਬਣ ਗਈ। ਮੈਂ ਇੱਕ ਵਾਰ ਤੁਹਾਨੂੰ ਉਦਾਹਰਨ ਦਿੱਤੀ ਸੀ ਕਿ ਆ ਬਿਜਲੀ ਜਗ ਰਹੀ ਹੈ, ਕਨੈਕਸ਼ਨ ਜੁੜਦਾ ਹੈ ਤਾਂ ਹੈ ਨਾ, ਇਹ ਖੰਭੇ ਨਾਲ ਕੇਬਲ ਕਹੇ, ਉਹ ਖੰਭਾ ਪਿੱਛੇ ਕਿਸੇ ਟਰਾਂਸਫਾਰਮਰ ਨਾਲ, ਟਰਾਂਸਫਾਰਮਰ ਕਿਸੇ ਵੱਡੀ ਲਾਈਨ ਨਾਲ, ਉਹ ਕਿਸੇ ਹੋਰ ਥਾਂ ਥਰਮਲ ਨਾਲ। ਜੇ 2-4 ਦਿਨ ਬਿਜਲੀ ਚਲੀ ਜਾਏ, ਕਦੀ ਵੀ ਖੰਭੇ ਉੱਤੋਂ ਕੇਬਲ ਦਾ ਕਨੈਕਸ਼ਨ ਨਹੀਂ ਕੱਟੀਦਾ ਹੁੰਦਾ। ਨਹੀਂ ਜੇ ਹੁਣ ਤਾਂ ਬਿਜਲੀ ਨਹੀਂ ਹੁੰਦੀ, ਕੀ ਫਾਇਦਾ, ਕੱਟ ਦਿਓ ਕੇਬਲ ਦਾ ਕਨੈਕਸ਼ਨ। ਨਹੀਂ ਪਿਆਰਿਓ, ਨਾ ਵੀ ਬਿਜਲੀ ਚੱਲੇ ਜਗੇ ਤੇ ਕਨੈਕਸ਼ਨ ਕਦੀ ਨਾ ਕੱਟੋ, ਕਿਉਂਕਿ ਜਿੱਦਣ ਬਿਜਲੀ ਆ ਗਈ ਉਹ ਕਈ ਸਬੰਧ ਟੁੱਟ ਜਾਣਾ, ਕਿਉਂਕਿ ਕਨੈਕਸ਼ਨ ਹੀ ਕੱਟਿਆ ਹੋਇਆ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂ, ਅੰਦਰ ਮੰਨ ਲਓ ਰਸ ਨਹੀਂ ਬਣ ਰਿਹਾ, ਅੰਦਰ ਜੋ ਚਾਹੁੰਦੇ ਆ ਅਜੇ ਨਹੀਂ ਮਿਲ ਰਿਹਾ, ਭਾਵੇਂ ਮਨ ਅੱਤ ਦਾ ਵੀ ਖਿੰਡਿਆ ਹੋਵੇ, ਪਰ ਕਦੀ ਵੀ ਗੁਰੂ ਸਾਹਿਬ ਦੀ ਬਾਣੀ ਦੇ ਦਿੱਤੇ ਹੋਏ ਨੇਮ ਨੂੰ ਨਹੀਂ ਛੱਡਣਾ। ਦੁਲੱਤੀਆਂ ਵੀ ਮਨ ਮਾਰੇ, ਕਿਉਂਕਿ ਕਨੈਕਸ਼ਨ ਨਾ ਟੁੱਟਣ ਦਿਓ। ਪਿਆਰਿਓ ਯਾਦ ਰੱਖਿਓ, ਇੱਕ ਦਿਨ ਮਾਲਕ ਆਪਣੇ ਸ਼ਬਦ ਦਾ ਪ੍ਰਕਾਸ਼ ਜ਼ਰੂਰ ਕਰੇ। ਜੇ ਸੰਬੰਧ ਹੀ ਟੁੱਟ ਗਿਆ, ਨੇਮ ਹੀ ਟੁੱਟ ਗਿਆ, ਤੇ ਫਿਰ ਕੀ ਬਣੇਗਾ। ਮੈਂ ਪਿਛਲੇ ਦਿਨ ਜੋ ਅਰਜ਼ ਕੀਤੀ, ਗੱਲ ਮੈਂ ਕਰਨੀ ਸਿਫਤ ਦੀ। ਆਉਣਾ ਇਸ ਗੁਰਸਿੱਖ ਦੇ ਜਿਨ੍ਹਾਂ ਗੁਰਮੁਖਾਂ ਦਾ ਆਪਾਂ ਜਨਮ ਦਿਨ ਮਨਾ ਰਹੇ ਵੀ ਆਪ ਇਕੱਠੇ ਹੋਏ। ਮੇਰੇ ਕੋਲ ਤਾਂ ਹਿਸਟਰੀ ਜਿੰਨੀ ਤੁਸੀਂ ਆਪ ਜੀ ਨੇ ਭੇਜੀ, ਮੈਂ ਉਸ ਨੂੰ ਦੇਖਿਆ। ਹੁਣ ਜਦੋਂ ਅਸੀਂ ਸਿਫਤ ਕਰਨੀ, ਜਿਵੇਂ ਨਦੀਆਂ ਤੇ ਨਾਲੇ, ਦੂਸਰਾ ਵਚਨ ਇੱਕ ਗੁਰੂ ਨਾਨਕ ਸਾਹਿਬ ਦਾ, ਅਸੀਂ ਆਪਣੇ ਘਰਾਂ 'ਚ ਵਰਤੋਂ 'ਚ ਸੋਨਾ, ਚਾਂਦੀ, ਪਿੱਤਲ, ਲੋਹਾ ਲਿਆਉਂਦੇ। ਮੰਨ ਲਓ ਕਿ ਕਿਸੇ ਬੰਦੇ ਦੇ ਸੋਨੇ ਦਾ ਭਾਂਡਾ ਜਾਂ ਗਹਿਣਾ ਟੁੱਟ ਜਾਏ, ਤੇ ਉਹਨੂੰ ਟੁੱਟੇ ਨੂੰ ਕਿਵੇਂ ਗੰਢਿਆ ਜਾਂਦਾ?
ਸੁਨਾਰ ਕੋਲ ਲੈ ਜਾਗੇ, ਉਹ ਅੱਗ ਦੇ ਨਾਲ ਟੁੱਟੇ ਹੋਏ ਗਹਿਣੇ ਨੂੰ ਜੋੜ ਦੇਗਾ, ਗੰਢ ਦੇਗਾ, ਟਾਂਕਾ ਲਾ ਦੇਗਾ। ਲੋਹੇ ਦਾ ਚੀਜ਼ ਕੋਈ ਟੁੱਟ ਜਾਏ ਉਹਨੂੰ ਵੈਲਡਿੰਗ ਚਲੋ ਕਰ ਲੋ, ਪਰ ਅੱਗ ਤਾਂ ਉੱਥੇ ਵੀ ਹੈ ਨਾ। ਅੱਗ ਟੁੱਟੇ ਕੋਈ ਲੋਹੇ ਨੂੰ ਟਾਂਕੇ ਲਾ ਦਿੰਦੀ ਹੈ। ਪਿੱਤਲ ਦੇ ਭਾਂਡੇ ਟੁੱਟ ਜਾਣ, ਕਾਂਸੀ ਦਾ ਬਰਤਨ ਟੁੱਟ ਜਾਏ ਉਹਨੂੰ ਗਾਂਢਾ ਲਾ ਦਿੰਦੀ ਹੈ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਸਿੱਖਾ ਇਹਨੂੰ ਸੱਚ ਨਾ ਪਾਈ, ਜਿਵੇਂ ਟੁੱਟੇ ਕੋਈ ਮੈਟਲ ਨੂੰ, ਟੁੱਟੇ ਕੋਈ ਧਾਤ ਨੂੰ ਅੱਗ ਦੁਬਾਰਾ ਗੰਢ ਦਿੰਦੀ ਹੈ। ਜਿਸ ਬੰਦੇ ਦਾ ਅੰਦਰ ਪਰਮਾਤਮਾ ਤੋਂ ਟੁੱਟ ਜਾਏ, ਪਰਮਾਤਮਾ ਦੀ ਸਿਫਤ ਸਲਾਹ ਸੱਚੀ ਮੁੱਚੀ ਅੱਗ ਦੀ ਤਰ੍ਹਾਂ ਉਸ ਦੇ ਟੁੱਟੇ ਕੋਈ ਅੰਦਰ ਨੂੰ ਵੀ ਗੰਢ ਦਿੰਦੀ ਹੈ। ਸਿਫਤ ਸਲਾਹ ਗੰਢਦੀ ਹੈ। ਗੁਰੂ ਸਾਹਿਬ ਜੀ ਦਾ ਬਚਨ ਹੁੰਦਾ ਹੈ, ਕਹਿਆ ਕੰਚਨ ਟੁੱਟੇ ਸਾਰ। ਮੈਂ ਸਿਰਫ ਇੱਕ ਟੋਕਲੀ ਤੇ ਕਾਫੀ ਉਦਾਹਰਨਾਂ ਮਾਰੇ ਨੇ ਦਿੱਤੀਆਂ। ਕਹਿ ਦਾ ਬਰਤਨ ਸੋਨੇ ਦਾ ਬਰਤਨ ਤੇ ਸਾਰ ਦਾ ਤੇ ਲੋਹਾ। ਕਹਿਆ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਉੱਥੇ ਸਿਰਫ ਲੋਹਾਰ ਸ਼ਬਦ ਵਰਤੇ। ਅੱਗ ਨਾਲ ਗੰਢ ਦਿੰਦਾ ਲੋਹਾਰ। ਮਹਾਰਾਜ ਕਹਿੰਦੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਹਾਰਾਜ ਕਹਿੰਦੇ ਜਿਹੜਾ ਸਿਫਤ ਕਰਦਾ ਉਹਦੀ ਗੰਢ ਪਰਮਾਤਮਾ ਦੇ ਦਰਬਾਰ ਨਾਲ ਪੈਂਦੀ। ਚਲੋ ਇੱਕ ਉਦਾਹਰਨ ਹੋਰ ਅਸੀਂ ਬਾਣੀ ਚੋਂ, ਕਿਉਂਕਿ ਮੈਂ ਪਹਿਲਾਂ ਇਸ ਕਰਕੇ ਨਹੀਂ ਆਪਾਂ ਪ੍ਰਮਾਣ ਦਿੰਦੇ ਕਿ ਸੰਗਤ ਨੂੰ ਪਤਾ ਲੱਗੇ। ਆ ਵੀ ਉਦਾਹਰਨ ਦਿੱਤੀ, ਆ ਵੀ ਸਿਰਫ ਇਹ ਮਨ ਹੈ ਭੱਜਦਾ, ਇਹਨੂੰ ਕਾਬੂ ਕਰਨ ਵਾਸਤੇ ਕਿਤੇ ਕੋਈ ਪੁਰਨਾ ਆ ਨਾ ਉੱਠੇ, ਉਸ ਪੁਰਨੇ ਦਾ ਉੱਤਰ ਮਿਲ ਸਕੇ। ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ, ਮੈਂ ਕਹਿੰਦਾ ਉਹਨਾਂ ਜਿਹੜੀ ਚੌਥੀ ਪੌੜੀ ਹੈ ਨਾ ਜਪਜੀ ਸਾਹਿਬ ਦੀ, ਉਸ ਪੌੜੀ ਵਿੱਚ ਵੀ ਗੁਰੂ ਨੇ ਸਿਫਤ ਸਲਾਹ ਤੇ ਜ਼ੋਰ ਦਿੱਤਾ। ਸਾਚਾ ਸਾਹਿਬ ਸਾਚ ਨਾਹੀਂ, ਪਰਮਾਤਮਾ ਸੱਚ ਹੈ, ਉਹਦਾ ਨਾਮ ਵੀ ਸੱਚਾ ਹੈ। ਭਾਖਿਆ ਭਾਉ ਅਪਾਰ, ਉਸ ਦੀ ਜਿਹੜੀ ਭਾਖਿਆ, ਉਹਦੀ ਜੋ ਬੋਲੀ ਹੈ, ਜੋ ਉਹਦੀ ਭਾਸ਼ਾ ਹੈ, ਉੱਥੇ ਗੁਰੂ ਸਾਹਿਬ ਨੇ ਕਿਸੇ ਵੀ ਉਸ ਲੈਂਗੁਏਜ ਦਾ, ਉਸ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ ਜਿਹੜਾ ਮਨੁੱਖ ਆਪਣੇ ਮੂੰਹ ਤੋਂ ਬੋਲਦਾ। ਇੱਥੇ ਕਿਸੇ ਭਾਸ਼ਾ ਦਾ ਜ਼ਿਕਰ ਨਹੀਂ। ਇਹ ਨਹੀਂ ਕਿਹਾ ਵੀ ਜਿਵੇਂ ਉਹ ਸੰਸਕ੍ਰਿਤ ਚ ਬੋਲੋਗੇ ਤਾਂ ਸਮਝਦਾ ਹੈ, ਅਰਬੀ ਚ ਬੋਲੋਗੇ ਤਾਂ ਸਮਝਦਾ ਹੈ, ਜੇ ਤੁਸੀਂ ਫਾਰਸੀ ਚ ਬੋਲੋ ਤਾਂ ਸਮਝੇਗਾ। ਗੁਰੂ ਸਾਹਿਬ ਨੇ ਕਿਸੇ ਵੀ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ। ਜਿਹੜਾ ਉੱਤੇ ਸ਼ਬਦ ਵਰਤਿਆ ਨਾ ਪਿਆਰਿਓ, ਉਹ ਸਮੁੱਚੀ ਮਾਨਵਤਾ ਦੀ ਭਾਸ਼ਾ, ਉਹ ਰੱਬ ਦੀ ਭਾਸ਼ਾ ਹੈ। ਜੇ ਕਹਿੰਦੇ ਜੀ ਪੰਜਾਬੀ ਬੋਲੋਗੇ ਤੇ ਰੱਬ ਸਮਝੇਗਾ, ਹਿੰਦੀ ਬੋਲੋਗੇ ਤੇ ਰੱਬ ਸਮਝੇਗਾ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਉਹਦੀ ਭਾਖਿਆ, ਉਹਦੀ ਬੋਲੀ, ਉਹਦੀ ਭਾਸ਼ਾ, ਭਾਖਿਆ ਭਾਉ ਅਪਾਰ, ਉਸ ਦੀ ਬੋਲੀ ਕੇਵਲ ਪ੍ਰੇਮ ਹੈ। ਤੇ ਜਿਸ ਬੰਦੇ ਨੂੰ ਇੱਕ ਅੱਖਰ ਵੀ ਲੈਂਗੁਏਜ ਦਾ ਨਹੀਂ ਆਉਂਦਾ, ਜੇ ਉਹਦੇ ਅੰਦਰ ਭਾਵਨਾ ਬਣ ਜਾਏ ਤੇ ਸੱਚ ਇਹ ਰੱਬ ਗੁੰਗੇ ਉੱਤੇ ਵੀ ਮਿਹਰ ਕਰ ਦਿੰਦਾ। ਪ੍ਰੇਮ ਤਾਂ ਅੰਦਰ ਦੇ ਜਜ਼ਬਾਤ ਨੇ, ਪ੍ਰੇਮ ਨੂੰ ਕਿਹੜਾ ਕੋਈ ਜ਼ਾਹਰ ਕਰ ਸਕਦਾ? ਪ੍ਰੇਮ ਤਾਂ ਇੱਕ ਅੰਦਰ ਦੀ ਅਵਸਥਾ ਹੈ। ਇਸ ਨੂੰ ਥੋੜਾ ਜਿਹਾ ਸਮਝਣ ਲਈ ਸਾਡੇ ਇੱਕ ਬਹੁਤ ਗੁਰਮੁਖ ਪਿਆਰੇ ਨਾਮ ਰਸੀ ਹੋਏ ਸਿੱਖ ਜਗਤ ਚ ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਪ੍ਰੇਮ ਦੀ ਕਥਾ ਕਰਨੀ ਤੇ ਪ੍ਰੇਮ ਬਾਰੇ ਲਿਖਣਾ, ਪ੍ਰੇਮ ਬਾਰੇ ਬੋਲਣਾ ਬਹੁਤ ਸੁੱਖ ਹੈ, ਪਰ ਉਹਦੇ ਨਾਲ ਪ੍ਰੇਮ ਹੋ ਜਾਣਾ ਕਿ ਉਹਦੀ ਬਖਸ਼ਿਸ਼ ਹੈ। ਪ੍ਰੇਮ ਬਾਰੇ ਬੋਲਿਆ ਜਾ ਸਕਦਾ ਹੈ ਨਾ। ਤੇ ਉਹ ਉਦਾਹਰਨ ਇੱਕ ਦਿੰਦੇ ਸਨ, ਪ੍ਰੇਮ ਕੀ ਹੈ? ਅੰਦਰ ਦੀ ਖਿੱਚ ਹੈ। ਇਸ ਧਰਤੀ ਤੇ ਪਰਮਾਤਮਾ ਨੇ ਕੋਈ ਜੂਨ ਐਸਾ ਨਹੀਂ ਪੈਦਾ ਕੀਤੀ ਜਿਹਦੇ ਅੰਦਰ ਖਿੱਚ ਨਹੀਂ ਪੈਦਾ ਕੀਤੀ। ਆਕਰਸ਼ਣ, ਤੁਸੀਂ ਆ ਦੇਖੋ ਬਾਹਰ ਬਲਬ ਜਗਦਾ, ਨਿੱਕੇ ਨਿੱਕੇ ਪਤੰਗੇ ਮਰੀ ਜਾਂਦੇ, ਇਹਨਾਂ ਨੂੰ ਕਿਹੜਾ ਕਿਸੇ ਨੇ ਗਲਾਸ ਲਾ ਕੇ ਦੱਸੇ? ਭਵਰਾ ਫੁੱਲ ਤੇ ਮਰੀ ਜਾ ਰਹੇ, ਮੱਖੀਆਂ ਮਿੱਠੇ ਤੇ ਮਰੀ ਜਾ ਰਹੀਆਂ। ਇਹ ਜਿਹੜੇ ਜੀਵ ਜਿਹਨੂੰ ਟੇਢੀਆਂ ਮੇਢੀਆਂ ਜੂਨਾਂ ਕਹਿੰਦੀਆਂ, ਪਰਮਾਤਮਾ ਨੇ ਉਹਨਾਂ ਵਿੱਚ ਵੀ ਖਿੱਚ ਪੈਦਾ ਕੀਤੀ। ਉਹ ਕਹਿੰਦੇ ਸਨ ਪ੍ਰੇਮ ਕੀ ਹੈ। ਮੈਂ ਇੱਕ ਉਦਾਹਰਨ ਦੇਣ ਲੱਗਾ ਤੇ ਇਹਨੂੰ ਪਲੀਜ਼ ਨੈਗੇਟਿਵ ਨਾ ਸੋਚਿਓ। ਕਹਿੰਦੇ ਅੱਜ ਕੱਲ੍ਹ ਜਿਵੇਂ ਲੋਕ ਐਕਟਿੰਗ ਕਰਦੇ ਆ, ਫਿਲਮਾਂ ਬਣਾਉਂਦੇ ਆ, ਮੰਨ ਲਓ ਇੱਕ ਫਿਲਮ ਵਿੱਚ ਔਰਤ ਕੰਮ ਕਰ ਰਹੀ ਹੈ ਤੇ ਉਹਨੇ ਇੱਕ ਮਾਂ ਦਾ ਪਾਰਟ ਅਦਾ ਕਰਨਾ ਹੈ, ਉਹਨੇ ਮਾਂ ਦਾ ਰੋਲ ਕਰਨਾ ਹੈ ਤੇ ਬੱਚਾ ਹੈ 1 ਸਾਲ ਦਾ। ਉਹਨੂੰ ਇਹ ਸੀਨ ਦਿੱਤਾ ਗਿਆ ਜਾਂ ਇਹ ਅਦਾਇਗੀ ਕਰਨ ਲਈ ਕਿਹਾ ਗਿਆ, ਤੂੰ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠਣਾ
ਤੇ ਡਾਕੂ ਬੱਚੇ ਨੂੰ ਤੇਰੀ ਗੋਦ ਵਿੱਚੋਂ ਚੁੱਕ ਕੇ ਲਿਜਾਏਗਾ। ਸੌਣ ਪਿੱਛੋਂ ਰੋਣ ਦੀ ਤੇ ਵਿਲਕਣ ਦੀ ਬੱਚੇ ਦੀ ਤੇ ਮਾਂ ਦੀ ਲਾ ਦਿਆਂਗੇ। ਸਿਰਫ ਤੂੰ ਇਹ ਇੱਕ ਕਰਨਾ ਆਪਣਾ ਰੋਲ, ਜਾਂ ਇਸ ਤਰ੍ਹਾਂ ਐਕਟਿੰਗ ਕਰਨੀ। ਹੁਣ ਜਿਸ ਮਾਂ ਨੇ ਬੱਚਾ ਜੰਮਿਆ ਉਹ ਵੀ ਐਕਟਿੰਗ ਵੇਖਣ ਆਈ, ਸ਼ੂਟਿੰਗ ਵੇਖਣ ਆਈ, ਤੇ ਜਿਹੜੀ ਰੋਲ ਕਰ ਰਹੀ ਉਹਨੇ ਕਿਹੜਾ ਬੱਚੇ ਨੂੰ ਜਨਮ ਦਿੱਤਾ। मैं बिल्कुल हौली जी उदाहरण है पर समझने वास्ते है ना, है दोनों स्त्रियां। हुण एक ने मां का पाठ अदा करना है, एक मां जिन्हें जन्म दिता है अपने अंदर रख के बच्चे है, खेड़ी नकल है, असल ते नहीं ना किसी डाकू ने आना। उस बच्चे नूं गोद च लैके बैठी है, इन्नी देर नूं वो जो उन्होंने दसिया वो डाकू बन के आउंदा है, बच्चे नूं झोली चों खिंचदा है, पिछों बच्चे ते मां दी रोण दी आवाज आउंदी है। जिन्हें एक्टिंग की है चेते रखियो, ओदे धुर अंदर कोई असर नहीं। जिन्हें जन्म दिता वो बाहर खलोती हुई रोन लग पे, क्योंकि ओदे सीने च उस प्रति लगाव है, उस अंदर खिंच है उस बच्चे प्रति। सच एवे कि प्रेम कहना सौखा है पर मिलता उन्होंने जिन्होंने उत्ते रब की कृपा हो। परमात्मा की बोली केवल प्रेम है। प्रेम लिए किहड़े अखर नहीं, प्रेम लिए अखर मुक जाते होंगे। हजूर सच्चे पातशाह जी ने अमृत बाणी फिर तवज्जो दिया जे कि साचा साहिब साच नाए भाख्या भाओ। प्रेम है तेरी बोली, अपार आख है असी आखने, मंग है असी मंगने खां। आख है मंग है दे दे, दात करे दातार। असी आखने मंगने तुसी सानू दातां दे दे। देण वालिया हुण मैं किहड़ी चीज तेरे को लैके आवां। मैं अक्सर कहना हुंदा कि गुरुद्वारे च भावें लिखिया हुंदा दान पात्र, पर कदी गुरुद्वारे विच दान की पेटी नहीं लिखनी चाहिए, उत्थे भेटा लिखनी चाहिए। क्योंकि दान ओनू दिता जांदा है जिन्हें जिहड़ा लोड़वंद होवे, भेटा ओनू दित्ती जांदी है जिहदियां दित्तियां होईयां दातां दा शुकराना करना होवे। कह दिंदे आपां दान पात्र नहीं, असीं भेटा लैके आउंदे। भेटा नजराना हुंदा है, नजराना ते मंगते दी झोली च पाना चाहुंदा जमीन आसमान दा फर्क। जदों बादशाह कोल कोई नजराना लैके जांदा है, वो हत्थ दी तली उत्ते इस तरह रख के ले जांदा है, ते जदों भिखारी नूं दित्ता जांदा उहनूं इस तरह दित्ता जांदा। कई बार मैं देखना जो साडे सिंह के रुमाला सब लैके जाते इस तरह नहीं, वो इस तरह हाथ भी मुद्रा भी एक ऐसी है जिहड़ी दसदी पई है तेरियां दित्तियां होईयां दातां विचों मैं भेटा करना है। असीं आखने आ, असीं मंगने आ, तू देना है। फिर हुण मैनूं दस भी जो तेरे तो मंगिया तू दाता है, ते मैं जो तेरे तो मंगिया किहड़ी चीज तैनूं दियां जिहदे नाल मैनू तेरे दरबार के दर्शन हो। महाराज कहने आख है मंग है दे दे, दात करे दातार। फिर के अगे रखिए जित दिसै दरबार। मोह के बोलन बोलिए जित सुन धरे प्यार। मैं की बोल बोला अपने मुंह तो जिहदे नाल सुन के तू प्यार करे। इसनूं थोड़ा जिहा बेनती नूं सुनिया जी, तुहां सब ने नाल ये वचन बोलिया जित सुन धरे प्यार। गुरु ग्रंथ साहिब का पाठ करते हैं तो मानू क्या तू प्यार कर, इत्थे रब नूं क्या तू किवें प्यार कर। ये बड़ा बड़ा बड़ी नुकता मारे रखा इदा सोना। आम बाणी च कहा जाता रेमन ऐसी खालसों प्रीत कर जैसी जल कमले। बाणी च कहा जाता है रेमन राम सो कर प्रीत। जे असी पाठ करने ऐसी प्रीत करो मन मेरे, इसलिए पढ़ते साची प्रीत हम तुम सो जोड़ी। प्यारे याद रखियो इत्थे ये भी क्या भी मैं किवें प्यार करा, इत्थे शब्द क्या जित सुन करे प्यार। जिन्हों सुन के तू प्यार करे, तू प्यार करे। जिन्नी कुछ समझ में विचार कदी दावा नहीं करता प्यारियो। मैनू इंज प्रतीत हुंदा है इस विच भी गुरु नानक साहब ने एडी वड्डी दात मंग ली। ये नहीं क्या मैं किवें प्यार करा, मैं प्रीत करा, है बाणी च भी शब्द। पर जित सुन धरे प्यार परमात्मा मेरे वालों कीते हुए प्रेम प्यार विच किते तरेड़ ना आ जाए। मैनू पता है जिदन तू प्यार कर लग पा कभी तरेड़ नहीं आ सकती।
ਤੂੰ ਮੈਨੂੰ ਪਿਆਰ ਕਿਵੇਂ ਕਰੇ, ਜਿੱਤ ਸੁਣ ਧਰੇ ਪਿਆਰ। ਅੱਗੇ ਫਿਰ ਗੁਰੂ ਨੇ ਸਿਫਤ ਦਾ ਜ਼ਿਕਰ ਕੀਤਾ ਹੈ। ਮੈਂ ਬੇਨਤੀ ਕਰਾਂ, ਹੁਕਮ ਰਜ਼ਾਈ ਚੱਲਣਾ ਆ ਗਿਆ, ਸਾਰੇ ਸ਼ਬਦ ਕਹੇ, ਪਰ ਇੱਥੇ ਗੁਰੂ ਜੀ ਨੇ ਸਾਧਨਾ ਦਾ ਜ਼ਿਕਰ ਕੀਤਾ ਵੀ ਆਹ ਸਾਧਨਾ ਕਰੋ। ਉਹ ਸ਼ਬਦ ਕਹੇ ਜੋ ਤੁਸੀਂ ਸਾਰੇ ਪੜ੍ਹਦੇ ਹੋ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ। ਅੰਮ੍ਰਿਤ ਵੇਲਾ ਮੈਂ ਹਰ ਜਿੱਥੇ ਬੋਲਣਾ ਕਿ ਨਾ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਚ ਬੜੇ ਸ਼ਬਦ ਨੇ ਜਿਹੜੇ ਵੋਕੈਬਲਰੀ ਚ ਪਹਿਲਾਂ ਗਏ ਨੇ ਸਨ, ਗੁਰੂ ਸਾਹਿਬ ਨੇ ਕੋਸ਼ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲਾ ਸ਼ਬਦ ਨਹੀਂ, ਪ੍ਰਭਾਤ ਹੈ, ਝਾਲ ਆਗੇ ਹੈ, ਇਹ ਭਲਕੇ ਸ਼ਬਦ ਹੈ, ਪਰ ਗੁਰੂ ਕੋ ਚੌਥਾ ਪਹਿਰ ਸ਼ਬਦ ਹੈ। ਪਰ ਅੰਮ੍ਰਿਤ ਵੇਲਾ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੈ। ਇਸ ਤੋਂ ਪਹਿਲਾਂ ਵੇਲੇ ਨਾਲ ਕਿਸੇ ਨੇ ਅੰਮ੍ਰਿਤ ਨਹੀਂ ਸ਼ਬਦ ਲਾਇਆ। ਅੰਮ੍ਰਿਤ ਵੇਲਾ ਸ਼ਬਦ ਮੇਰਾ ਧੰਨ ਗੁਰੂ ਨਾਨਕ ਸਾਹਿਬ ਦਾ ਘੜਿਆ ਹੋਇਆ ਸ਼ਬਦ ਹੈ, ਜਿਹੜਾ ਸਿੱਖਾਂ ਦੇ ਜ਼ਿਹਨ ਚ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਮੈਨੂੰ ਪਤਾ ਹੈ ਵੀ ਕੁਝ ਸੱਜਣਾ ਨੇ ਇਹ ਵੀ ਕਿਹਾ ਕਿ ਪੂਰਨ ਖੜਾਓ ਦਾ ਵੇਲਾ, ਜਦੋਂ ਵਡਿਆਈ ਵਿਚਾਰ ਕਰੋ ਉਦੋਂ ਹੀ ਅੰਮ੍ਰਿਤ ਵੇਲਾ। ਇਹ ਵੀ ਕਿਹਾ ਜਾਂਦਾ ਉਦੋਂ ਹੀ ਅੰਮ੍ਰਿਤ ਵੇਲਾ ਜਦੋਂ ਵਿਚਾਰ ਕਰੋ। ਨਹੀਂ ਪਿਆਰਿਓ, ਇਹ ਚ ਕੋਈ ਸ਼ੱਕ ਨਹੀਂ ਕਿ ਜਿਸ ਬੰਦੇ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਸਵਾਸ ਇਬਾਦਤ ਦੀ ਰਹਿਮਤ ਹੋ ਜਾਏ, ਉਹਦੇ ਵਾਸਤੇ ਪਿਛਲ ਪੈਰ ਕੀ ਤੇ ਪਹਿਲਾ ਪੈਰ ਕੀ, ਉਹਦੀ ਸਾਰੀ ਜ਼ਿੰਦਗੀ ਹੀ ਅੰਮ੍ਰਿਤ ਵੇਲਾ। ਪਰ ਸਾਡੇ ਵਾਸਤੇ ਪਿਛਲ ਰਾਤ ਜਾ ਕੇ ਅਭਿਆਸ ਕਰਨਾ ਗੁਰੂ ਜੀ ਨੇ ਆਤ ਲਾਜ਼ਮੀ ਕਿਹਾ ਹੈ। ਹਜ਼ੂਰ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਵਡਿਆਈਆਂ ਸਿਫਤਾਂ ਕਰੋ ਦੀਆਂ। ਇਹਦੇ ਨਾਲ ਮਿਲੇਗਾ ਕਿ ਕਰਮੀ ਆਵੇ ਕਪੜਾ, ਚੰਗੇ ਕਰਮਾਂ ਨਾਲ ਬੁੱਧ ਸਰੀਰ ਮਿਲ ਜਾਏਗਾ। ਕਈਆਂ ਗੁਰਮੁਖਾਂ ਨੇ ਕਰਮ ਕਪੜਾ ਦਾ ਅਰਥ ਕੀਤਾ ਪ੍ਰੇਮ ਰੂਪੀ ਕਪੜਾ। ਚੰਗੇ ਕਰਮਾਂ ਨਾਲ ਇਹ ਤਨ ਦੁਬਾਰਾ ਮਿਲ ਸਕਦਾ ਹੈ, ਪਰ ਮੁਕਤੀ ਦਾ ਘਰ ਉਹਨਾਂ ਨੂੰ ਮਿਲਦਾ ਜਿਨ੍ਹਾਂ ਉੱਤੇ ਨਜ਼ਰ ਹੋ ਜਾਂਦੀ। ਕਰਮੀ ਆਵੇ ਕਪੜਾ ਨਦਰੀ, ਲੋਕ ਦੁਆਰ। ਮੈਂ ਆਪ ਨੂੰ ਸਿਰਫ ਇੰਨੀ ਬੇਨਤੀ ਹੁਣ ਤੱਕ ਕੀਤੀ, ਤਿੰਨ ਚਾਰ ਗੱਲਾਂ ਆਪਾਂ ਕਰਨੀਆਂ ਨੇ, ਕੋਈ ਬਾਣੀ ਤੋਂ ਬਾਅਦ ਖੱਬੇ ਸੱਜੇ ਨਹੀਂ ਆਪਾਂ ਜਾਣਾ। ਹਜ਼ੂਰ ਕਹਿੰਦੇ ਨੇ ਵੀ ਸਿਫਤ ਸਲਾਹ ਕਰਨੀ ਬਹੁਤ ਜ਼ਰੂਰੀ ਅੰਮ੍ਰਿਤ ਵੇਲੇ। ਦੂਜੀ ਗੱਲ, ਜਦੋਂ ਵੀ ਵਕਤ ਮਿਲੇ, ਮੰਨ ਲਓ ਆਪ ਸ਼ਹਿਰ ਚ ਰਹਿੰਦੇ, ਸਵੇਰੇ ਨਹੀਂ ਸਾਂਭਿਆ ਗਏ, ਗੱਡੀ ਚ ਬੈਠੇ ਹੋ, ਆਪ ਜੀ ਆਪਣੇ ਕੰਮ ਤੇ ਚੱਲਿਓ, ਅੱਧਾ ਘੰਟਾ ਪੌਣਾ ਘੰਟਾ ਜਾਂ 10 ਮਿੰਟ, ਮੈਂ ਕਹਿੰਦਾ 5 ਮਿੰਟ ਹੀ ਤੁਹਾਨੂੰ ਇਕੱਲਿਆਂ ਨੂੰ ਮਿਲ ਗਿਆ, ਨੂੰ 5 ਮਿੰਟ ਸਿਫਤ ਵੀ ਜੋੜ ਦਿਓ। ਜੇ ਇੰਨਾ ਟਾਈਮ ਵੀ ਰੋਜ਼ ਥੋੜਾ ਥੋੜਾ ਕਰਕੇ ਜੋੜੀ ਜਾਓਗੇ, ਇੱਕ ਦਿਨ ਸਾਰੀ ਜ਼ਿੰਦਗੀ ਨਾਮ ਨਾਲ ਭਰਪੂਰ ਹੋ ਜਾਏ। ਇਹ ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ ਵਿੱਤ ਭਰਨੀ। ਵਿੱਤ ਭਰਨੀ ਸਾਰੇ ਕਰ ਸਕਦੇ ਆਪਾਂ। ਹੁਣ ਆਪਣੀ ਤਾਂ ਮੁਸ਼ਕਲ ਇਹ ਵੇ, ਅਸੀਂ ਹਰ ਗੱਲ ਨੂੰ ਸੁਲਝਾਉਣ ਦੀ ਥਾਂ ਤੇ ਧਰਮ ਦੀ ਦੁਨੀਆ 'ਚ ਵਿਵਾਦ ਬਣਾਉਂਦੇ, ਤੇ ਉਸ ਵਿਵਾਦ ਪਿੱਛੇ ਦਵੈਸ਼ ਬੜੀ ਲੁਕੀ ਹੁੰਦੀ, ਕਿਸੇ ਬੰਦੇ ਨੂੰ ਅਪਮਾਨਿਤ ਕਰਨ ਦੇ ਲਈ। ਤੇ ਮੈਨੂੰ ਪਰਵਾਨਾ ਸਾਹਿਬ ਦੀ ਗੱਲ ਬੜੀ ਚੰਗੀ, ਕਾਇਦਾ ਵਿਸ਼ਾ ਨਹੀਂ ਵੈਸੇ, ਗਿਆਨੀ ਜਸਵੰਤ ਸਿੰਘ, ਉਹਨਾਂ ਇੱਕ ਵਾਰੀ ਕਥਾ ਕੀਤੀ, ਕਹਿਣ ਲੱਗੇ ਵੀ ਬਾਦਸ਼ਾਹ ਦੀ ਸਵਾਰੀ ਆਈ ਤੇ ਲੋਕ ਵੇਖਣਾ, ਮੈਨੂੰ ਸ਼ਾਇਦ ਥੋੜੀ ਯਾਦ ਹੈ, ਮੈਂ ਜਿੰਨੀ ਤੇ ਕਹਿੰਦੇ ਇੱਕ ਬੰਦਾ ਬਲਾਈਂਡ ਆਇਆ, ਇੰਨੇ ਚਿਰ ਨੂੰ ਸਿਪਾਹੀ ਆਏ ਨੇ, ਉਹਨਾਂ ਧੱਕਾ ਮਾਰਿਆ, ਪਰ ਵਜੇ ਜਿਵੇਂ ਲੋਕ ਸਾਡੇ ਕਰਦੇ, ਫਲਾਣਾ ਆ ਗਿਆ। ਉਹਨੇ ਵੇਖਿਆ ਨਹੀਂ, ਜਦੋਂ ਧੱਕਾ ਮਾਰਿਆ ਕਹਿੰਦਾ ਸਿਪਾਹੀ ਲੱਗ ਗਿਆ। ਉਹ ਤੋਂ ਬਾਅਦ ਕੋਈ ਸਮੇਂ ਬਾਅਦ ਵਜ਼ੀਰ ਆ ਗਿਆ, ਬਲਾਈਂਡ ਬੰਦਾ। ਵਜ਼ੀਰ ਆਇਆ, ਉਹਨੇ ਬੜੇ ਸਤਿਕਾਰ ਨਾਲ ਬੋਲਿਆ, ਬਾਬਾ ਜੀ ਪਿੱਛਾ ਹੋ ਜਾਓ ਜੀ, ਦੇਖੋ ਜੀ। ਤੇ ਰਾਜਾ ਆਪਣਾ ਬੰਦਾ ਕਹਿੰਦਾ ਮੈਨੂੰ ਇੰਝ ਲੱਗਦਾ ਵਜ਼ੀਰ ਸਾਹਿਬ ਨੇ। ਇੰਨੀ ਚਿਰ ਨੂੰ ਰਾਜਾ ਆ ਗਿਆ, ਤੇ ਜਦੋਂ ਰਾਜਾ ਆਇਆ ਕੋਲ ਪਹੁੰਚਿਆ, ਉਹਨੇ ਸਤਿਕਾਰ ਕੀਤਾ, ਪੁੱਛਿਆ ਠੀਕ ਹੋ ਜਾ। ਤੇ ਉਹ ਬਲਾਈਂਡ ਜਿਹਨੇ ਕਦੀ ਨਹੀਂ ਵੇਖਿਆ ਕਹਿੰਦਾ ਰਾਜਾ ਸਾਹਿਬ ਲੱਗਦੇ ਹੋ, ਤੁਸੀਂ ਆ ਗਏ। ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿਣ ਲੱਗੇ ਧੱਕੇ ਮਾਰਨ ਵਾਲੇ ਧੱਕੇ ਮਾਰਦੇ ਹੁੰਦੇ ਨੇ, ਸਨਮਾਨ ਉਹੀ ਦਿੰਦਾ ਜਿਹਨੂੰ ਰੱਬ ਸਨਮਾਨ ਦਿੰਦਾ। ਗੱਲ ਬੜੇ ਕਮਾਲ ਦੀ। ਮੈਂ ਉਹ ਬਜ਼ੁਰਗਾਂ ਦਾ ਆਪਣਾ, ਕਿਉਂਕਿ ਮੈਂ ਪਰਵਾਨਾ